ਡਗ ਫੋਰਡ ਹੋਣਾ ਦੀ ਪੇਸ਼ ਕੀਤੀ ਹੋਈ ਇੱਕ ਐਡ ਐਂਟੀ ਟੈਰਿਫ ਐਡ ਜੋ ਕਿ ਯੂਐਸ ਦੇ ਵਿੱਚ ਏਅਰ ਹੋਈ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਸ ਐਡ ਨੇ ਹੀ ਕਿਤੇ ਨਾ ਕਿਤੇ ਯੂਐਸ ਐਂਡ ਕੈਨੇਡਾ ਦਾ ਕਰੰਟ ਰਿਲੇਸ਼ਨਸ਼ਿਪ ਖਰਾਬ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਪਲੇ ਕੀਤਾ ਹੈ ਤੇ ਹੁਣ ਇੱਕ ਨਵੀਂ ਵਾਰਨਿੰਗ ਯੂਐਸ ਦੇ ਵੱਲੋਂ ਪੇਸ਼ ਹੋਈ ਹੈ। ਐਂਡ ਇਸ ਵਾਰਨਿੰਗ ਤੋਂ ਬਾਅਦ ਅਗੇਨ ਇੱਕ ਚੀਜ਼ ਹੋਰ ਕਲੀਅਰ ਹੋ ਰਹੀ ਹੈ ਕਿ ਯੂਐਸ ਕੈਨੇਡਾ ਦੇ ਰਿਲੇਸ਼ਨਸ ਜਲਦੀ ਠੀਕ ਹੁੰਦੇ ਨਜ਼ਰ ਨਹੀਂ ਆ ਰਹੇ। ਯੂਐਸ ਅੰਬੈਸਡਰ ਪੀਟ ਹੌਕਸਟਰਾ ਉਹਨਾਂ ਨੇ ਕੈਨੇਡੀਅਨ ਆਫੀਸ਼ੀਅਲਸ ਨੂੰ ਕਿਹਾ ਕਿ ਉਹ ਸੀਰੀਅਸਲੀ ਐਂਟੀ ਟੈਰਿਫ ਐਡਸ ਨੂੰ ਯੂਐਸ ਦੇ ਵਿੱਚ ਚਲਾਉਣ ਬਾਰੇ ਕੰਸੀਡਰ ਕਰਨ ਕਿਉਂਕਿ ਇਹ ਕੈਨੇਡਾ ਦੇ ਗੋਲਸ ਨੂੰ ਹੀ ਇੰਪੈਕਟ ਕਰੇਗਾ ਐਂਡ ਇਹਦੇ ਕਰਕੇ ਕੈਨੇਡਾ ਯੂਐਸ ਦੇ ਰਿਲੇਸ਼ਨਸ ਜ਼ਿਆਦਾ ਖਰਾਬ ਹੋਣਗੇ। ਉਹਨਾਂ ਦਾ ਸਿੱਧਾ ਕਹਿਣਾ ਸੀ ਕਿ ਯੂਐਸ ਦੀ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਇੰਟਰਫੇਅਰ ਕਰ ਰਹੀ ਹੈ ਇੱਦਾਂ ਦੀ ਐਡਸ। ਹੌਕਸਟਰਾ ਉਹਨਾਂ ਨੇ ਕਿਹਾ ਕਿ ਫੋਰਨ ਗਵਰਨਮੈਂਟ ਕੋਈ ਵੀ ਜਦੋਂ ਪੋਲੀਟੀਕਲੀ ਇਸ ਤਰੀਕੇ ਦੀ ਪੋਲੀਟੀਕਲੀ ਕੋਈ ਇੱਕ ਪਰਟੀਕੂਲਰ ਸਾਈਡ ਦੀ ਐਡ ਪਲੇ ਕਰਦੀ ਹੈ ਤਾਂ ਯੂਐਸ ਦੇ ਪ੍ਰੈਜ਼ੀਡੈਂਟ ਦੀ ਪਾਲਿਸੀਜ਼ ਇਲੈਕਸ਼ਨਸ ਤੋਂ ਪਹਿਲਾਂ ਖਰਾਬ ਕਰਦੀ ਹੈ ਐਂਡ ਇੱਦਾਂ ਦੀ ਚੀਜ਼ ਅਮਰੀਕਾ ਦੇ ਵਿੱਚ ਕਦੇ ਵੀ ਪਹਿਲਾਂ ਨਹੀਂ ਹੋਈ। ਕੁਝ ਹਫ਼ਤਿਆਂ ਦੇ ਵਿੱਚ ਯੂਐਸ ਸਟੇਟ ਇਲੈਕਸ਼ਨਸ ਹੋਣ ਵਾਲੀਆਂ ਨੇ। ਸੁਪਰੀਮ ਕੋਰਟ ਦੀ ਮਾਫ ਕਰਿਓ ਕੁਝ ਹੀ ਹਫ਼ਤਿਆਂ ਦੇ ਵਿੱਚ ਯੂਐਸ ਸਟੇਟਸ ਇਲੈਕਸ਼ਨ ਸੀਗੀਆਂ ਜਦੋਂ ਇਹ ਐਡ ਏਅਰ ਹੋਈ ਸੀ ਐਂਡ ਸੁਪਰੀਮ ਕੋਰਟ ਦੀ ਏਅਰਿੰਗ ਵੀ ਸੀਗੀ ਔਨ ਡੋਨਲਡ ਟਰੰਪਸ ਟੈਰਿਫ ਪਾਵਰਸ। ਇਹਨਾਂ ਦੋਨਾਂ ਚੀਜ਼ਾਂ ਤੋਂ ਜਸਟ ਪਹਿਲਾਂ ਇਹਨਾਂ ਐਡਸ ਦਾ ਪਲੇ ਹੋਣਾ ਕਿਤੇ ਨਾ ਕਿਤੇ ਨੁਕਸਾਨਦਾਇਕ ਹੋਇਆ ਡੋਨਲਡ ਟਰੰਪ ਦੇ ਲਈ, ਜਿਸ ਨੂੰ ਦੇਖਦੇ ਹੋਏ ਹੁਣ ਯੂਐਸ ਦੇ ਅੰਬੈਸਡਰ ਦੀ ਵਾਰਨਿੰਗ ਆਈ ਹੈ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੈਸੇ ਡਾਇਰੈਕਟਲੀ ਡੋਨਲਡ ਟਰੰਪ ਹੋਣਾ ਤੋਂ ਮਾਫੀ ਵੀ ਮੰਗੀ ਸੀ ਐਂਡ ਓਨਟਾਰੀਓ ਦੇ ਡਿਸੀਜਨ ਨੂੰ ਬਾਅਦ ਦੇ ਵਿੱਚ ਗਲਤ ਵੀ ਕਿਹਾ ਸੀ, ਲੇਕਿਨ ਫਿਲਹਾਲ ਯੂਐਸ ਤੇ ਕੈਨੇਡਾ ਦੀ ਟ੍ਰੇਡ ਟਾਕ ਰੁਕੀ ਹੋਈ ਹੈ। ਉੱਥੇ ਹੀ ਦੂਜੇ ਪਾਸੇ ਐਡ ਚਲਾਉਣ ਵਾਲੇ ਸਾਡੇ ਪ੍ਰੀਮੀਅਰ ਡਗ ਫੋਰਡ ਉਹਨਾਂ ਨੇ ਐਡ ਨੂੰ ਡਿਫੈਂਡ ਕੀਤਾ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਐਡ ਕਰਕੇ 4 ਰਿਪਬਲਿਕਨ ਵੋਟਸ ਚੇਂਜ ਹੋ ਗਏ। ਸੋ ਜੋ ਉਹਨਾਂ ਦਾ ਯੂਐਸ ਅੰਬੈਸਡਰ ਦਾ ਜੋ ਕਹਿਣਾ ਹੈ ਉਹ ਬੇਸਿਕਲੀ ਸੱਚ ਹੈ। ਫਿਰ ਯੂਐਸ ਦੀ ਪੋਲਿਟਿਕਸ ਤੇ ਇੰਪੈਕਟ ਕ੍ਰੀਏਟ ਕੀਤਾ ਇਸ ਐਡ ਨੇ। ਹੁਣ ਜੇ ਡੋਨਲਡ ਟਰੰਪ ਦੀ ਵੋਟਸ ਘੱਟ ਹੋ ਗਏ, ਡੋਨਲਡ ਟਰੰਪ ਦੀ ਪੋਲਿਟਿਕਸ ਤੇ ਇੰਪੈਕਟ ਆਏਗਾ, ਅਸੀਂ ਕਿਸ ਤਰੀਕੇ ਨਾਲ ਇਮੈਜਿਨ ਕਰ ਸਕਦੇ ਹਾਂ, ਐਕਸਪੈਕਟ ਕਰ ਸਕਦੇ ਹਾਂ ਕਿ ਟਰੰਪ ਜਾਂ ਫਿਰ ਰਿਪਬਲਿਕਨ ਪਾਰਟੀ ਵਧੀਆ ਤਰੀਕੇ ਨਾਲ ਡੀਲਿੰਗ ਕਰੇਗੀ ਕੈਨੇਡਾ ਦੇ ਨਾਲ। ਸੋ ਡਗ ਫੋਰਡ ਆਈ ਡੋਨਟ ਨੋ ਵਾਟ ਇਜ਼ ਹੀ ਸੋ ਪ੍ਰਾਊਡ ਆਫ, ਕਿਉਂਕਿ ਡਗ ਫੋਰਡ ਦੀ ਇੱਕ ਐਡ ਕਰਕੇ ਐਂਡ ਛੋਟੀ ਐਡ ਨਹੀਂ $75 ਮਿਲੀਅਨ ਦੀ ਐਡ ਕਰਕੇ ਸਾਨੂੰ ਸਾਰਿਆਂ ਨੂੰ ਇਹ ਇੰਪੈਕਟ ਫੇਸ ਕਰਨਾ ਪੈ ਰਿਹਾ। ਆਲਸੋ BC ਨੇ ਵੀ ਕਿੱਦਾਂ ਦੀ ਐਡ ਤਿਆਰ ਕੀਤੀ ਹੋਈ ਸੀ। ਸੋ BC ਵੱਲੋਂ ਵੀ ਐਡਸ ਤਿਆਰ ਸੀਗੀਆਂ, ਲੇਕਿਨ ਫਿਲਹਾਲ ਕਿਉਂਕਿ ਇੰਨੀ ਪ੍ਰੋਬਲਮ ਓਨਟਾਰੀਓ ਦੀ ਐਡ ਕਰਕੇ ਆ ਗਈ ਹੈ, BC ਨੇ ਆਪਣੀ ਐਡਸ ਵਾਪਸ ਲੈ ਲਈਆਂ ਨੇ। ਇਸ ਟਾਈਮ ਯੂਐਸ ਅਤੇ ਮਾਫ ਕਰਿਓ ਰਸ਼ੀਆ ਅਤੇ ਯੂਕਰੇਨ ਦੇ ਜੋ ਰਿਲੇਸ਼ਨਸ ਨੇ ਉਹ ਬੈਟਰ ਹੁੰਦੇ ਨਜ਼ਰ ਨਹੀਂ ਆ ਰਹੇ। ਕਿਤੇ ਨਾ ਕਿਤੇ ਹਰ ਟਾਈਪ ਦੀ ਵਾਰ ਜਿੱਦਾਂ ਡੋਨਲਡ ਟਰੰਪ ਦੇ ਵਰਡਸ ਦੇ ਵਿੱਚ ਰੋਕਣ ਦੇ ਵਿੱਚ ਡੋਨਲਡ ਟਰੰਪ ਦਾ ਵੱਡਾ ਹੱਥ ਰਿਹਾ, ਲੇਕਿਨ ਇਹ ਇੱਕ ਵਾਰ ਹੈ ਜੋ ਕਿ ਡੋਨਲਡ ਟਰੰਪ ਪ੍ਰੋਪਰਲੀ ਨਹੀਂ ਰੋਕ ਪਾ ਰਹੇ। ਰਸ਼ੀਆ ਤੇ ਯੂਕਰੇਨ ਦੀ ਵਾਰ ਦੇ ਵਿੱਚ ਕਿਸੇ ਵੀ ਤਰੀਕੇ ਦਾ ਚੇਂਜ ਬਦਲਾਵ ਵੱਡਾ ਨਹੀਂ ਨਜ਼ਰ ਆ ਰਿਹਾ। ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਇੱਕ ਕਾਫੀ ਕੰਟਰੋਵਰਸ਼ੀਅਲ ਜਿਹਾ ਯੂਐਸ ਰਸ਼ੀਆ ਦਾ ਪੀਸ ਪਲਾਨ ਲੀਕ ਹੋਇਆ। ਹੁਣ ਇਸ ਪੀਸ ਪਲਾਨ ਦੇ ਵਿੱਚ ਕੀ ਐਗਜ਼ੈਕਟਲੀ ਮੈਂਸ਼ਨਡ ਹੈ ਉਹ ਤੁਹਾਨੂੰ ਮੈਂ ਦੱਸਦਾ ਤੇ ਉਹ ਕਿਸ ਤਰੀਕੇ ਨਾਲ ਯੂਕਰੇਨ ਲਈ ਨੁਕਸਾਨਦਾਇਕ ਹੋ ਸਕਦਾ ਹੈ। 28 ਪੁਆਇੰਟ ਦਾ ਇੱਕ ਪ੍ਰਪੋਜ਼ਲ ਹੈ ਜੋ ਕਿ ਯੂਐਸ ਐਨਵੋਏ ਸਟੀਵਨ ਵਿਟਕੋਫ ਤੇ ਰਸ਼ੀਆ ਦੇ ਇੱਕ ਲੀਡਰ ਕਿਰਿਲ ਦਿਮਿਤਰੀਵ ਇਹਨਾਂ ਨੇ ਮਿਲ ਕੇ ਬਣਾਇਆ, ਜੋ ਕਿ ਕਿਤੇ ਨਾ ਕਿਤੇ ਸੀਜ਼ ਫਾਇਰ ਦੇ ਵਿੱਚ ਮਦਦ ਕਰੇਗਾ ਰਸ਼ੀਆ ਤੇ ਯੂਕਰੇਨ ਦੇ ਵਿੱਚ। ਲੇਕਿਨ ਇਸ ਪ੍ਰਪੋਜ਼ਲ ਨੂੰ ਬਣਾਉਣ ਦੇ ਵਿੱਚ ਯੂਕਰੇਨ ਦੀ ਕਿਸੇ ਵੀ ਤਰੀਕੇ ਦੀ ਹੈਲਪ ਨਹੀਂ ਲਈ ਗਈ। ਯੂਕਰੇਨ ਦਾ ਓਪੀਨੀਅਨ ਨਹੀਂ ਪੁੱਛਿਆ ਗਿਆ, ਯੂਕਰੇਨ ਦੇ ਨਾਲ ਕਿਸੇ ਵੀ ਤਰੀਕੇ ਦੀ ਗੱਲਬਾਤ ਨਹੀਂ ਹੋਈ। ਇਨਫੈਕਟ ਜਦੋਂ ਰਸ਼ੀਆ ਤੇ ਯੂਐਸ ਦੇ ਵਿੱਚ ਇਹ ਪ੍ਰਪੋਜ਼ਲ ਤਿਆਰ ਹੋ ਗਿਆ, ਰਸ਼ੀਆ ਨੇ ਇਹਨੂੰ ਗ੍ਰੀਨ ਫਲੈਗ ਦੇ ਦਿੱਤਾ, ਉਸ ਤੋਂ ਬਾਅਦ ਹੀ ਅਪੈਰੈਂਟਲੀ ਇਹ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਯੂਕਰੇਨ ਦੇ ਪੇਸ਼ ਕੀਤਾ ਗਿਆ। ਹੁਣ ਇਸ ਪੀਸ ਪਲਾਨ ਨੂੰ ਦੱਸਿਆ ਜਾ ਰਿਹਾ ਕਿ ਇਹ ਟੋਟਲੀ ਪ੍ਰੋ ਰਸ਼ੀਆ ਪੀਸ ਪਲਾਨ ਹੈ। ਜ਼ੈਲੈਂਸਕੀ ਦੇ ਆਫਿਸ ਤੋਂ ਡਾਇਰੈਕਟਲੀ ਕਿਸੇ ਵੀ ਤਰੀਕੇ ਦੀ ਹਲੇ ਕੋਈ ਕਮੈਂਟ ਨਹੀਂ ਆਇਆ, ਲੇਕਿਨ ਸੋਰਸਿਸ ਦਾ ਇਹੀ ਕਹਿਣਾ ਹੈ ਕਿ ਇਹ ਪਲਾਨ ਟੋਟਲੀ ਰਸ਼ੀਆ ਨੂੰ ਬੈਨੀਫਿਟ ਕਰ ਰਿਹਾ ਐਂਡ ਜਿੰਨੀ ਵੀ ਵਲਾਦੀਮਿਰ ਪੁਤਿਨ ਦੀ ਸ਼ਰਤਾਂ ਸੀਗੀਆਂ ਲਗਭਗ ਉਹ ਸਾਰੀ ਹੀ
ਪੂਰੀ ਹੋ ਰਹੀਆਂ ਨੇ ਇਸ ਪਲਾਨ ਦੇ ਅਕੋਰਡਿੰਗ। ਸੋ ਵੱਡਾ ਨੁਕਸਾਨ ਯੂਕਰੇਨ ਨੂੰ ਹੀ ਹੋ ਰਿਹਾ। ਇਸ ਪ੍ਰਪੋਜ਼ਲ ਦੀ ਜੇ ਮੰਨੀਏ ਤਾਂ ਯੂਕਰੇਨ ਨੂੰ ਪੂਰਾ ਸਾਊਥ ਈਸਟਰਨ ਡੋਨਬਾਸ ਏਰੀਆ ਰਸ਼ੀਆ ਨੂੰ ਦੇਣਾ ਪੈਣਾ, ਜਿਹਦੇ ਵਿੱਚ ਕ੍ਰਾਮਾਤੋਰਸਕ ਐਂਡ ਸਲੋਵੀਆਂਸਕ ਇਹ ਸ਼ਹਿਰ ਵੀ ਸ਼ਾਮਿਲ ਨੇ, ਜੋ ਕਿ ਇਸ ਟਾਈਮ ਯੂਕਰੇਨ ਦੇ ਅੰਡਰ ਆਉਂਦੇ ਨੇ। ਸੋ ਇਹ ਏਰੀਆ ਰਸ਼ੀਆ ਕੋਲ ਚਲਾ ਜਾਏਗਾ। ਇਸ ਤੋਂ ਇਲਾਵਾ ਕਈ ਮਿਲੀਟਰੀ ਰੈਸਟ੍ਰਿਕਸ਼ਨਸ ਯੂਕਰੇਨ ਦੇ ਉੱਪਰ ਲੱਗਣਗੀਆਂ, ਜਿਹਦੇ ਵਿੱਚ ਯੂਕਰੇਨ ਨੂੰ ਆਪਣੀ ਆਰਮਡ ਫੋਰਸਿਸ ਅੱਧੀ ਕਰ ਦੇਣੀ ਪਏਗੀ। ਲੌਂਗ ਰੇਂਜ ਵੈਪਨਸ ਉਹ ਨਹੀਂ ਯੂਜ਼ ਕਰ ਸਕਦੇ। ਕਿਸੇ ਵੀ ਤਰੀਕੇ ਦੇ ਵੈਸਟਰਨ ਪੀਸ ਕੀਪਿੰਗ ਟਰੂਪਸ ਯੂਕਰੇਨ ਦੇ ਵਿੱਚ ਐਂਟਰ ਨਹੀਂ ਹੋਣਗੇ। ਯੂਕਰੇਨ ਦੇ ਕੋਲ ਆਪਣੀ ਫੋਰਸ ਤਾਂ ਵੈਸੇ ਹੀ ਬਹੁਤ ਘੱਟ ਹੈ। ਯੂਕਰੇਨ ਨੂੰ ਜੋ ਵੱਡਾ ਸਪੋਰਟ ਹੈ ਉਹ ਸਾਰਾ ਵੈਸਟ ਤੋਂ ਹੈ। ਜੇ ਇਸ ਪ੍ਰਪੋਜ਼ਲ ਨੂੰ ਪਾਸ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਵੈਸਟ ਦਾ ਟੋਟਲ ਸਪੋਰਟ ਯੂਕਰੇਨ ਤੋਂ ਪਿੱਛੇ ਹੋ ਜਾਏਗਾ, ਐਂਡ ਫਿਰ ਯੂਕਰੇਨ ਕਿਸ ਤਰੀਕੇ ਨਾਲ ਸਰਵਾਈਵ ਕਰੇਗਾ ਇਹ ਅਸੀਂ ਆਪ ਹੀ ਸੋਚ ਸਕਦੇ ਹਾਂ। ਸੋ ਡੈਫੀਨਿਟਲੀ ਇਹ ਕਾਫੀ ਜ਼ਿਆਦਾ ਪ੍ਰੋ ਰਸ਼ੀਆ ਪੀਸ ਪਲਾਨ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਯੂਕਰੇਨ ਦੇ ਇੱਕ ਸੀਨੀਅਰ ਆਫੀਸ਼ੀਅਲ ਨੇ ਕਿਹਾ ਕਿ ਇਹ ਜੋ ਪਲਾਨ ਹੈ ਇਹ ਸਿਰਫ ਰਸ਼ੀਆ ਲਈ ਹੀ ਵਧੀਆ ਹੈ, ਐਂਡ ਕੀਵ ਯਾਨੀ ਕਿ ਯੂਕਰੇਨ ਇਸ ਟਾਈਮ ਡਿਸਾਈਡ ਕਰ ਰਿਹਾ ਕਿ ਕੀ ਡੋਨਲਡ ਟਰੰਪ ਦੇ ਨਾਲ ਹੋਰ ਗੱਲਬਾਤ ਹੋ ਸਕਦੀ ਹੈ, ਕੀ ਉਹਨਾਂ ਨਾਲ ਇੱਕ ਓਪਨ ਨੈਗੋਸੀਏਸ਼ਨ ਪਲਾਨ ਹੋ ਸਕਦੀ ਹੈ ਤਾਂ ਕਿ ਬੈਟਰ ਪ੍ਰਪੋਜ਼ਲ ਤਿਆਰ ਕੀਤਾ ਜਾ ਸਕੇ। ਪ੍ਰੈਜ਼ੀਡੈਂਟ ਜ਼ੈਲੈਂਸਕੀ ਯੂਕਰੇਨ ਦੇ ਐਂਡ ਵਿਟਕੋਫ ਜੋ ਕਿ ਯੂਐਸ ਦੇ ਐਨਵੋਏ ਨੇ, ਉਹਨਾਂ ਦੀ ਇੱਕ ਮੀਟਿੰਗ ਟਰਕੀ ਦੇ ਵਿੱਚ ਪਲਾਨਡ ਸੀਗੀ, ਲੇਕਿਨ ਜਦੋਂ ਦਾ ਇਹ ਪਲਾਨ ਲੀਕ ਹੋਇਆ ਉਸ ਤੋਂ ਬਾਅਦ ਇਹ ਮੀਟਿੰਗ ਵੀ ਕੈਂਸਲ ਕਰ ਦਿੱਤੀ ਗਈ, ਐਂਡ ਇਸ ਤੋਂ ਬਾਅਦ ਟੈਂਸ਼ਨਸ ਵੀ ਅਗੇਨ ਇੰਕਰੀਜ਼ ਹੋ ਗਈਆਂ ਨੇ। ਸੋ ਹੁਣ ਕਿਸ ਤਰੀਕੇ ਨਾਲ ਇਹ ਸੀਜ਼ਫਾਇਰ ਹੋਏਗਾ, ਕਿਸ ਤਰੀਕੇ ਨਾਲ ਪੀਸ ਕ੍ਰੀਏਟ ਹੋਏਗਾ ਦੋਨੋਂ ਕੰਟਰੀਜ਼ ਦੇ ਵਿੱਚ, ਇਹ ਆਉਣ ਵਾਲੇ ਟਾਈਮ ਦੇ ਵਿੱਚ ਦੇਖਣ ਵਾਲੀ ਗੱਲ ਹੈ। ਲੇਕਿਨ ਫਿਲਹਾਲ ਇਹ ਜੇ ਇਸ ਪਲਾਨ ਦੀ ਗੱਲ ਮਰੀਏ ਜੋ ਕਿ ਆਲਰੇਡੀ ਲੀਕ ਹੋ ਚੁੱਕਿਆ ਹੋਇਆ, ਯੂਐਸ ਇਜ਼ ਟੋਟਲੀ ਸਾਈਡਿੰਗ ਵਿਦ ਰਸ਼ੀਆ। ਅੱਜ ਓਨਟਾਰੀਓ ਦੇ ਵਿੱਚ ਕੁਈਨਸ ਪਾਰਕ ਦੇ ਵਿੱਚ ਇੱਕ ਕੁਝ ਅਲੱਗ ਹੀ ਚੀਜ਼ ਦੇਖਣ ਨੂੰ ਮਿਲੀ। ਐਨਡੀਪੀ ਲੀਡਰ ਮੈਰਿਟ ਸਟਾਈਲਸ ਨੂੰ ਕੱਢ ਦਿੱਤਾ ਗਿਆ। ਯਾ ਯੂ ਹਰਡ ਮੀ ਰਾਈਟ, ਉਹਨਾਂ ਨੂੰ ਲੈਜਿਸਲੇਚਰ ਤੋਂ ਕੱਢ ਦਿੱਤਾ ਗਿਆ। ਜੇ ਕੁਈਨਸ ਪਾਰਕ ਦੇ ਰੂਲਸ ਦੀ ਅਸੀਂ ਗੱਲ ਕਰੀਏ ਤਾਂ ਕੋਈ ਵੀ ਐਮਪੀਪੀ ਕਿਸੇ ਵੀ ਦੂਜੇ ਮੈਂਬਰ ਤੇ ਕਰਪਸ਼ਨ ਜਾਂ ਝੂਠ ਬੋਲਣ ਦਾ ਐਲੀਗੇਸ਼ਨ ਓਪਨਲੀ ਨਹੀਂ ਲਗਾ ਸਕਦਾ। ਮੈਰਿਟ ਸਟਾਈਲਸ, ਐਨਡੀਪੀ ਦੇ ਲੀਡਰ ਮੈਰਿਟ ਸਟਾਈਲਸ ਨੇ ਓਪਨਲੀ ਡਗ ਫੋਰਡ ਦੀ ਸਰਕਾਰ ਨੂੰ ਕਰਪਟ ਕਿਹਾ। ਉਹਨਾਂ ਨੇ ਕਿਹਾ ਜੋ $2.5 ਬਿਲੀਅਨ ਦਾ ਸਕਿੱਲ ਡਿਵੈਲਪਮੈਂਟ ਫੰਡ ਹੈ ਉਹਦੇ ਵਿੱਚ ਕਰਪਸ਼ਨ ਹੋਈ ਹੈ। 2 ਦਿਨ ਪਹਿਲਾਂ ਮੈਂ ਤੁਹਾਡੇ ਨਾਲ ਇਸ ਫੰਡ ਦੀ ਡਿਟੇਲਸ ਸ਼ੇਅਰ ਕੀਤੀ ਸੀ ਕਿ $2.5 ਬਿਲੀਅਨ ਦਾ ਸਕਿੱਲ ਡਿਵੈਲਪਮੈਂਟ ਫੰਡ ਕਿਸ ਤਰੀਕੇ ਦੇ ਨਾਲ ਮਿਸਯੂਜ਼ ਕੀਤਾ ਗਿਆ ਹੋ ਸਕਦਾ ਹੈ। ਕੰਟਰੋਵਰਸੀ ਇਹ ਹੈ ਕਿ ਕਾਫੀ ਲੋ ਕੁਆਲੀਫਾਈਡ ਗਰੁੱਪਸ ਨੂੰ, ਕੰਪਨੀਜ਼ ਨੂੰ, ਯੂਨੀਅਨਸ ਨੂੰ ਕਾਫੀ ਵੱਡੀਆਂ ਗ੍ਰਾਂਟਸ ਸਰਕਾਰ ਨੇ ਇਸ ਸਕਿੱਲ ਡਿਵੈਲਪਮੈਂਟ ਫੰਡ ਦੇ ਅੰਡਰ ਪ੍ਰੋਵਾਈਡ ਕੀਤੀਆਂ, ਐਂਡ ਰੀਜ਼ਨ ਇਹ ਸੀ ਕਿ ਉਹਨਾਂ ਗਰੁੱਪਸ ਦੇ, ਉਹਨਾਂ ਇੰਡਸਟਰੀਜ਼ ਦੇ, ਉਹਨਾਂ ਯੂਨੀਅਨਸ ਦੇ ਲੀਡਰਸ ਨੇ ਪ੍ਰੋਗਰੈਸਿਵ ਕੰਜ਼ਰਵੇਟਿਵਸ ਨੂੰ ਡੋਨੇਸ਼ਨ ਦਿੱਤੀ ਐਂਡ ਓਪਨਲੀ ਡਗ ਫੋਰਡ ਉਹਨਾਂ ਨੂੰ ਸਪੋਰਟ ਕੀਤਾ ਲਾਸਟ ਹੋਈ ਇਲੈਕਸ਼ਨਸ ਦੇ ਵਿੱਚ। ਆਪੋਜੀਸ਼ਨ ਇਹ ਆਰਗਿਊ ਕਰ ਰਿਹਾ ਕਿ ਗ੍ਰਾਂਟ ਐਲੋਗੇਸ਼ਨ ਕਲੀਅਰਲੀ ਸ਼ੋ ਕਰ ਰਿਹਾ ਕਿ ਪੋਲੀਟੀਕਲ ਫੇਵਰੇਟਿਜ਼ਮ ਹੋਈ ਹੈ ਓਨਟਾਰੀਓ ਦੀ ਗਵਰਨਮੈਂਟ ਦੇ ਵੱਲੋਂ, ਲੇਕਿਨ ਗਵਰਨਮੈਂਟ ਇਸ ਤਰੀਕੇ ਦੀ ਕਿਸੇ ਵੀ ਚੀਜ਼ ਨੂੰ ਡਿਨਾਈ ਕਰ ਰਹੀ ਹੈ, ਐਂਡ ਗਵਰਨਮੈਂਟ ਦਾ ਇਹੀ ਕਹਿਣਾ ਹੈ ਕਿ ਉਹ ਸਿਰਫ ਫੰਡਸ ਵਰਕਫੋਰਸ ਨੀਡ ਦੇ ਹਿਸਾਬ ਨਾਲ ਐਲੋਕੇਟ ਕਰ ਰਿਹਾ। ਇਸ ਤੋਂ ਪਹਿਲਾਂ 2022 ਦੇ ਵਿੱਚ ਵੀ ਐਨਡੀਪੀ ਦੇ ਮੈਂਬਰਸ ਨੂੰ ਐਕਸਪੈਲ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਫੋਰਡ ਗਵਰਨਮੈਂਟ ਤੇ ਕਾਫੀ ਜ਼ਿਆਦਾ ਕਮੈਂਟਸ ਕੀਤੇ ਸੀ, ਕਿਉਂਕਿ ਫੋਰਡ ਗਵਰਨਮੈਂਟ ਨੇ ਨਾਟ ਵਿਥਸਟੈਂਡਿੰਗ ਕਲੌਜ਼ ਯੂਜ਼ ਕੀਤਾ ਸੀ ਐਜੂਕੇਸ਼ਨ ਵਰਕਰਸ ਦੇ ਖਿਲਾਫ। ਸੋ ਉਸ ਟਾਈਮ ਤੇ ਵੀ ਐਨਡੀਪੀ ਦੇ ਮੈਂਬਰਸ ਨੂੰ ਐਕਸਪੈਲ ਕੀਤਾ ਗਿਆ ਸੀ, ਤੇ ਅੱਜ ਐਨਡੀਪੀ ਦੀ ਲੀਡਰ ਮੈਰਿਟ ਸਟਾਈਲਸ ਨੂੰ ਵੀ ਐਕਸਪੈਲ ਕੀਤਾ ਗਿਆ। ਆਪੋਜੀਸ਼ਨ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ। ਐਕਸਪੈਲ ਕੀਤਾ ਗਿਆ, ਨਹੀਂ ਕੀਤਾ ਗਿਆ, ਕਿਸ ਟਾਈਪ ਦੀ ਸ਼ਬਦਾਵਲੀ ਯੂਜ਼ ਕੀਤੀ ਗਈ, that's a different thing, ਲੇਕਿਨ ਆਪੋਜੀਸ਼ਨ ਦਾ ਸਟਰੋਂਗ ਹੋਣਾ ਕਿੰਨਾ ਜ਼ਰੂਰੀ ਹੈ ਇਹ ਅੱਜ ਸ਼ੋ ਕਰਦਾ ਹੈ। ਓਨਟਾਰੀਓ ਦੇ ਵਿੱਚ ਲਿਬਰਲ ਪਾਰਟੀ ਦਾ ਵਜੂਦ ਕਿੰਨਾ ਲੋ ਹੈ, ਕਿੰਨਾ ਇਨਫੈਕਟ ਨਾ ਦੇ ਬਰਾਬਰ ਹੈ, ਇਹ ਅੱਜ ਪਤਾ ਲੱਗਿਆ। $2.5 ਬਿਲੀਅਨ ਦੇ ਫੰਡ ਦੇ ਵਿੱਚ ਗਫਲਾ ਹੋਇਆ। ਅਗੇਨ ਇਹ ਐਲੀਗੇਟਡ ਗਫਲਾ ਹੈ, ਇਹਦੇ ਵਿੱਚ ਕੋਈ ਕਲੈਰਿਟੀ ਨਹੀਂ ਹੈ, ਕੋਈ ਪ੍ਰੂਵਨ ਨਹੀਂ ਹੈ, ਬਟ ਸਟਿਲ ਆਪੋਜੀਸ਼ਨ ਕੋਲ ਇੱਕ ਵਧੀਆ ਓਪਰਚੁਨਿਟੀ ਹੈ, ਲੇਕਿਨ ਉਸ ਨੂੰ ਹੁਣ ਵੀ ਲਿਬਰਲਸ
ਇੱਥੇ ਸਹੀ ਤਰੀਕੇ ਨਾਲ ਇਨਕੈਸ਼ ਨਹੀਂ ਕਰ ਪਾ ਰਹੇ, ਉਹਨਾਂ ਦੀ ਇਨਕੰਪੀਟੈਂਸ ਇਹਦੇ ਤੋਂ ਨਜ਼ਰ ਆਉਂਦੀ ਹੈ। ਐਂਡ ਐਨਡੀਪੀ ਐਟਲੀਸਟ ਮੈਰਿਟ ਸਟਾਈਲਸ ਕਿਸ ਤਰੀਕੇ ਨਾਲ ਇਸ ਨੂੰ ਪੂਰੀ ਤਰੀਕੇ ਨਾਲ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆਪਣੇ ਪੋਲੀਟੀਕਲ ਕਰੀਅਰ ਦੀ ਐਡਵਾਂਸਮੈਂਟ ਦੇ ਲਈ, ਉਹ ਵੀ ਕਾਫੀ ਜ਼ਿਆਦਾ ਕਲੀਅਰਲੀ ਨਜ਼ਰ ਆ ਰਿਹਾ। ਫਿਲਹਾਲ ਵਧਦੇ ਹਾਂ ਜੀ, ਐਪਸਟੀਨ ਫਾਈਲਸ ਅਗੇਨ ਸੁਰਖੀਆਂ ਦੇ ਵਿੱਚ ਬਹੁਤ ਤੇਜ਼ੀ ਨਾਲ ਆ ਰਹੀਆਂ ਨੇ ਤੇ ਯੂਐਸ ਜਸਟਿਸ ਡਿਪਾਰਟਮੈਂਟ ਨੇ ਨਵਾਂ ਫੈਸਲਾ ਲਿਆ ਇਹਨਾਂ ਫਾਈਲਸ ਤੇ। ਕੀ ਹੈ ਉਹ ਫੈਸਲਾ, ਤੁਹਾਨੂੰ ਦੱਸਦੇ ਹਾਂ। ਪਬਲਿਕ ਨੇ ਬਹੁਤ ਜ਼ਿਆਦਾ ਫੋਰਸ ਕੀਤਾ ਐਂਡ ਉਸ ਫੋਰਸ ਨੂੰ ਵੀ ਦੇਖਦੇ ਹੋਏ ਤੇ ਕਾਂਗਰਸ ਦੀ ਵੋਟਿੰਗ ਨੂੰ ਦੇਖਦੇ ਹੋਏ ਜਸਟਿਸ ਡਿਪਾਰਟਮੈਂਟ, ਯੂਐਸ ਦੇ ਜਸਟਿਸ ਡਿਪਾਰਟਮੈਂਟ ਨੇ ਫੈਸਲਾ ਲਿਆ ਕਿ ਅਗਲੇ 30 ਦਿਨਾਂ ਦੇ ਅੰਦਰ ਅੰਦਰ ਜੈਫਰੀ ਐਪਸਟੀਨ ਦੀ ਇਨਵੈਸਟੀਗੇਸ਼ਨ ਰਿਕਾਰਡਸ ਨੂੰ ਰਿਲੀਜ਼ ਕੀਤਾ ਜਾਏਗਾ। ਬਟ ਅਗੇਨ ਹਲੇ ਵੀ ਫੁੱਲੀ ਨਹੀਂ ਰਿਲੀਜ਼ ਕੀਤਾ ਜਾਏਗਾ, ਕੁਝ ਪਾਰਟ ਜੋ ਕਿ ਔਨਗੋਇੰਗ ਇਨਵੈਸਟੀਗੇਸ਼ਨ ਦੇ ਅੰਡਰ ਹੈ ਐਂਡ ਵਿਕਟਿਮ ਪ੍ਰਾਈਵੇਸੀ ਪ੍ਰੋਟੈਕਸ਼ਨ ਨੂੰ ਦੇਖਦੇ ਹੋਏ ਕੁਝ ਪਾਰਟ ਨੂੰ ਨਹੀਂ ਰਿਲੀਜ਼ ਕੀਤਾ ਜਾਏਗਾ। ਕਾਂਗਰਸ ਵੱਲੋਂ VOTING ਹੋਈ ਜਿਹਦੇ ਵਿੱਚ ਸਿਰਫ ਇੱਕ ਵੋਟ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਵੋਟ ਕੀਤਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਐਪਸਟੀਨ ਰਿਲੇਟਡ ਫਾਈਲਸ ਨੂੰ ਰਿਲੀਜ਼ ਕਰੇ, ਜਿਹਨੂੰ ਦੇਖਦੇ ਹੋਏ ਅਟਾਰਨੀ ਜਨਰਲ ਪੈਮ ਬੌਂਡੀ ਹੋਣਾ ਨੇ ਕਨਫਰਮ ਕੀਤਾ ਕਿ 30 ਡੇਜ਼ ਦੀ ਟਾਈਮਲਾਈਨ ਦੇ ਅੰਦਰ ਜੈਫਰੀ ਐਪਸਟੀਨ ਦੀ ਇਨਵੈਸਟੀਗੇਸ਼ਨ ਫਾਈਲਸ ਨੂੰ ਰਿਲੀਜ਼ ਕੀਤਾ ਜਾਏਗਾ। ਜੈਫਰੀ ਐਪਸਟੀਨ ਦੀ ਜੋ ਰਿਲੇਸ਼ਨਸ ਡੋਨਲਡ ਟਰੰਪ ਦੇ ਨਾਲ ਰਹੇ ਨੇ, ਪਿਕਚਰਸ ਨੇ, ਕਾਫੀ ਜ਼ਿਆਦਾ ਈਮੇਲਸ ਨੇ, ਕਾਫੀ ਚੀਜ਼ਾਂ ਨੇ ਜੋ ਰਿਲੀਜ਼ ਹੋਣ ਤੇ ਪ੍ਰੋਬਲਮ ਕ੍ਰੀਏਟ ਕਰ ਸਕਦੀਆਂ ਨੇ ਡੋਨਲਡ ਟਰੰਪ ਦੇ ਲਈ। ਡੋਨਲਡ ਟਰੰਪ ਜਾਂ ਫਿਰ ਉਹਨਾਂ ਦਾ ਜਿੰਨਾ ਵੀ ਸਟਾਫ ਹੈ, ਉਹਨਾਂ ਵੱਲੋਂ ਜਿੰਨੀ ਵੀ ਹਾਲੇ ਤੱਕ ਸਟੇਟਮੈਂਟ ਆਈਆਂ ਉਹ ਇਹੀ ਕਹਿੰਦੇ ਆ ਕਿ ਜੀ ਡੋਨਲਡ ਟਰੰਪ ਦਾ ਕਿਸੇ ਵੀ ਗਲਤ ਕੰਮ ਦੇ ਵਿੱਚ ਇਨਵੋਲਵਮੈਂਟ ਨਹੀਂ ਰਿਹਾ ਜੈਫਰੀ ਐਪਸਟੀਨ ਦੇ, ਉਹ ਸਿਰਫ ਫਾਰਮਲ ਮੀਟਿੰਗ ਦੇ ਤੌਰ ਤੇ ਮਿਲਦੇ ਸੀ ਐਂਡ ਉਸੇ ਟਾਈਪ ਦਾ ਰਿਲੇਸ਼ਨ ਸੀਗਾ। ਲੇਕਿਨ ਜਦੋਂ ਇਹ ਫਾਈਲਸ ਫੁੱਲੀ ਰਿਲੀਜ਼ ਹੁੰਦੀਆਂ ਨੇ, ਇਨਵੈਸਟੀਗੇਸ਼ਨ ਪੂਰੀ ਹੁੰਦੀ ਹੈ, ਉਦੋਂ ਕੀ ਸਾਹਮਣੇ ਆਉਂਦਾ ਹੈ ਦੈਟ ਵੀ ਸਟਿਲ ਡੋਂਟ ਨੋ। ਨਵੇਂ ਲਾਅ ਦੇ ਅੰਡਰ ਡਿਪਾਰਟਮੈਂਟ ਆਫ ਜਸਟਿਸ ਵਿਕਟਿਮ ਆਈਡੈਂਟੀਫਾਈਂਗ ਇਨਫੋਰਮੇਸ਼ਨ ਰੋਕ ਸਕਦਾ ਹੈ, ਮਟੀਰੀਅਲ ਜੋ ਕਿ ਇਸ ਟਾਈਮ ਇਨਵੈਸਟੀਗੇਸ਼ਨ ਦੇ ਅੰਡਰ ਹੈ ਉਹਨੂੰ ਰੋਕ ਸਕਦਾ ਹੈ, ਤੇ ਫਾਈਲਸ ਲਿੰਕਡ ਟੂ ਇੰਡੀਵਿਜੂਅਲਸ ਟਰੰਪ ਆਰਡਰਡ ਜੋ ਕਰਦਾ ਹੈ ਉਹ ਵੀ ਰੋਕੀ ਜਾ ਸਕਦੀ ਹੈ। ਸੋ ਇਹਦਾ ਮਤਲਬ ਇਹ ਹੈ ਕਿ ਚਾਹੇ ਫਾਈਲਸ ਰਿਲੀਜ਼ ਹੋ ਵੀ ਜਾਣਗੀਆਂ ਤਾਂ ਵੀ ਟੋਟਲ ਕਲੈਰਿਟੀ, ਟੋਟਲ ਪਿਕਚਰ ਸਾਡੇ ਸਾਹਮਣੇ ਨਹੀਂ ਆਏਗੀ। ਹੁਣ ਜੈਫਰੀ ਐਪਸਟੀਨ ਦੀ ਜੋ ਡੈਥ ਹੈ ਉਹ ਵੀ ਕਹੀ ਜਾਂਦੀ ਹੈ ਕਿ ਵੈਸੇ ਤਾਂ ਸੁਸਾਈਡ ਸੀ, ਲੇਕਿਨ ਇਹ ਵੀ ਇੱਕ ਡਿਬੇਟ ਹੈ ਕਿ ਸੁਸਾਈਡ ਨਹੀਂ ਸੀ, ਉਹਨੂੰ ਇਹਨਾਂ ਹੀ ਸਟਰੋਂਗ ਪੋਲੀਟੀਕਲ ਪਾਵਰਸ ਦੇ ਵੱਲੋਂ ਫੋਰਸ ਕੀਤਾ ਗਿਆ ਜਾਂ ਫਿਰ ਗਾਇਬ ਕਰਵਾ ਦਿੱਤਾ ਗਿਆ। ਸੋ ਇਹ ਵੀ ਇਸ ਤਰੀਕੇ ਦੀ ਡਿਬੇਟਸ ਨੇ ਜੋ ਕਿ ਕਾਫੀ ਜ਼ਿਆਦਾ ਚੱਲ ਰਹੀਆਂ ਨੇ। ਸੋ ਜਦੋਂ ਫਾਈਲਸ ਰਿਲੀਜ਼ ਹੁੰਦੀਆਂ ਉਦੋਂ ਕੀ ਕਲੈਰਿਟੀ ਆਉਂਦੀ ਹੈ ਉਦੋਂ ਦੇਖਦੇ ਹਾਂ, ਕਿਉਂਕਿ ਇਹ ਜੈਫਰੀ ਐਪਸਟੀਨ ਇੱਕ ਬੰਦਾ ਐਂਡ ਉਹਦੇ ਤੋਂ ਜੁੜੀਆਂ ਹੋਈਆਂ ਜਿੰਨੀ ਵੀ ਪ੍ਰੋਬਲਮਸ ਨੇ, ਜਿੰਨੀ ਵੀ ਫਾਈਲਸ ਨੇ, ਜਿੰਨੇ ਵੀ ਉਹਦੇ ਵਿਕਟਿਮਸ ਨੇ, ਇਹ ਸਾਰੀ ਸਟੋਰੀਜ਼ ਮਿਲ ਕੇ ਇਸ ਟਾਈਮ ਅਮਰੀਕਨ ਪੋਲਿਟਿਕਸ ਤੇ ਕਾਫੀ ਜ਼ਿਆਦਾ ਅਸਰ ਪਾ ਰਹੀਆਂ ਨੇ। ਯੂਐਸ ਅਤੇ ਕੈਨੇਡਾ ਨੇ ਕਾਫੀ ਜ਼ਿਆਦਾ ਮਿਲ ਕੇ ਵਧੀਆ ਕੰਮ ਕੀਤਾ ਜਿਹਦੇ ਵਿੱਚ ਮੇਜਰ ਅਰੈਸਟਸ, ਇੰਡਾਈਟਮੈਂਟਸ ਐਂਡ ਸੈਂਕਸ਼ਨਸ ਜਾਰੀ ਕੀਤੇ ਨੇ ਅਲੈਜਡ ਕਿੰਗਪਿਨ ਰਾਇਨ ਵੈਡਿੰਗ ਦੇ ਜਿੰਨੇ ਵੀ ਐਸੋਸੀਏਟਸ ਤੇ ਉਹਨਾਂ ਤੇ। ਰਾਇਨ ਵੈਡਿੰਗ 2002 ਦੇ ਓਲੰਪਿਕਸ ਦੇ ਵਿੱਚ ਕੈਨੇਡਾ ਵੱਲੋਂ ਓਲੰਪੀਅਨ ਰਹਿ ਚੁੱਕੇ ਨੇ, ਲੇਕਿਨ ਉਸ ਤੋਂ ਬਾਅਦ $1 ਬਿਲੀਅਨ ਦੇ ਟ੍ਰਾਂਸਨੈਸ਼ਨਲ ਡਰੱਗ ਐਂਡ ਮਰਡਰ ਐਂਟਰਪ੍ਰਾਈਜ਼ ਨੂੰ ਚਲਾਉਣ ਦਾ ਵੀ ਇਲਜ਼ਾਮ ਇਹਨਾਂ ਤੇ ਲੱਗਿਆ ਹੋਇਆ। ਅੱਜ 7 ਕੈਨੇਡੀਅਨਸ ਨੂੰ ਅਰੈਸਟ ਕੀਤਾ ਗਿਆ ਓਨਟਾਰੀਓ, ਐਲਬਰਟਾ ਐਂਡ ਕਿਊਬੈਕ ਦੇ ਵਿੱਚ, ਇਹਨਾਂ 3 ਪ੍ਰੋਵਿੰਸਸ ਦੇ ਵਿੱਚ। ਟੋਟਲ 10 ਹੁਣ ਤੱਕ ਅਰੈਸਟ ਹੋ ਚੁੱਕੀਆਂ ਨੇ ਰੀਸੈਂਟ ਰੇਡਸ ਦੇ ਵਿੱਚ ਐਂਡ ਟੋਟਲ ਓਵਰਆਲ ਇਸ ਕੇਸ ਦੇ ਵਿੱਚ 30 ਐਸੋਸੀਏਟਸ ਨੂੰ ਅਰੈਸਟ ਕਰ ਚੁੱਕੇ ਆ ਜਾਂ ਫਿਰ ਉਹ ਵਾਂਟਡ ਨੇ। ਯੂਐਸ ਅਤੇ ਕੈਨੇਡਾ ਦੋਨਾਂ ਨੇ ਮਿਲ ਕੇ ਇਸ ਕੰਮ ਨੂੰ ਅੰਜਾਮ ਦਿੱਤਾ ਤੇ ਕਾਫੀ ਡਿਫਰੈਂਟ ਚਾਰजेस ਵੀ ਲਗਾਏ ਗਏ ਨੇ, ਜਿਹਦੇ ਵਿੱਚ ਮਰਡਰ, ਕਨਸਪੀਰੇਸੀ ਟੂ ਕਮਿਟ ਮਰਡਰ, ਵਿਟਨੈਸ ਰਿਟੈਲੀਏਸ਼ਨ, ਡਰੱਗ ਟ੍ਰੈਫਿਕਿੰਗ, ਮਨੀ ਲਾਂਡਰਿੰਗ ਸ਼ਾਮਿਲ ਨੇ। ਵੈਡਿੰਗ ਤੇ ਕੋਈ ਵੀ ਇਨਫੋਰਮੇਸ਼ਨ ਜੇ ਕੋਈ ਪ੍ਰੋਵਾਈਡ ਕਰਦਾ ਤਾਂ ਉਹਦਾ ਰਿਵਾਰਡ $15 ਮਿਲੀਅਨ ਚੱਲ ਰਿਹਾ ਸੀ। ਅਥਾਰਟੀਜ਼ ਦਾ ਕਹਿਣਾ ਹੈ ਕਿ ਉਹ ਜਿਸ ਲੈਵਲ ਤੇ, ਜਿੰਨੀ ਕੁਆਂਟੀਟੀ ਦੇ ਵਿੱਚ ਕੋਕੇਨ ਐਂਡ ਫੈਂਟਨਿਲ ਮੈਕਸੀਕੋ ਤੋਂ ਟ੍ਰੈਫਿਕ ਕਰ ਰਿਹਾ ਸੀ, ਉਹ ਲਗਭਗ ਪਾਬਲੋ ਐਸਕੋਬਾਰ ਦੇ ਸਾਈਜ਼ ਦਾ ਸੀ। ਇਨਫੈਕਟ
ਰਾਇਨ ਵੈਡਿੰਗ ਨੂੰ ਮਾਡਰਨ ਡੇ ਐਸਕੋਬਾਰ ਵੀ ਕਿਹਾ ਜਾਂਦਾ ਹੈ। ਤੇ ਹੁਣ ਕੈਨੇਡਾ ਤੇ ਯੂਐਸ ਦੇ ਵਿੱਚ ਰਾਇਨ ਵੈਡਿੰਗ ਦੀ ਆਰਗੇਨਾਈਜੇਸ਼ਨ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਦੇ ਵਜੋਂ ਰਜਿਸਟਰਡ ਹੈ। ਇਸ ਤੋਂ ਇਲਾਵਾ ਕਾਫੀ ਲੋਕ ਅਰੈਸਟ ਹੋਏ ਕੈਨੇਡਾ ਦੇ ਵਿੱਚ, ਜਿਨ੍ਹਾਂ ਵਿੱਚੋਂ ਇੱਕ ਸਭ ਤੋਂ ਵੱਡੀ ਅਰੈਸਟ ਦੀਪਕ ਪਰਾਦਕਰ ਹੋਣਾ ਦੀ ਹੈ। ਟੋਰਾਂਟੋ ਦਾ ਲਾਇਰ ਦੀਪਕ ਪਰਾਦਕਰ ਕਿਹਾ ਜਾ ਰਿਹਾ ਕਿ ਉਹਨੇ ਹੀ ਰਾਇਨ ਵੈਡਿੰਗ ਨੂੰ ਪੂਰੀ ਲੀਗਲ ਐਡਵਾਈਸ ਦਿੱਤੀ ਸੀ ਕਿ ਕਿਸ ਤਰੀਕੇ ਨਾਲ ਮਰਡਰਸ ਪਲਾਨ ਹੋਣਗੇ, ਕਿਸ ਤਰੀਕੇ ਨਾਲ ਐਕਸਟ੍ਰਾਡੀਸ਼ਨ ਨੂੰ ਅਵੋਇਡ ਕੀਤਾ ਜਾ ਸਕਦਾ ਹੈ, ਬ੍ਰਾਈਬਰੀ ਤੇ ਮਨੀ ਲਾਂਡਰਿੰਗ ਦੇ ਕੰਮ ਨੂੰ ਕਿਸ ਤਰੀਕੇ ਨਾਲ ਲੀਗਲੀ ਅਵੋਇਡ ਕੀਤਾ ਜਾ ਸਕਦਾ ਹੈ, ਤੇ ਬਾਕੀ ਦੀ ਸਾਰੀ ਪ੍ਰਿਵਿਲੇਜ ਕਲਾਇੰਟ ਕਮਿਊਨੀਕੇਸ਼ਨਸ ਵੀ ਦੀਪਕ ਨੇ ਕੀਤੀਆਂ। ਐਂਡ ਇਹ ਸਾਰੇ ਕੰਮਾਂ ਲਈ ਲਗਜ਼ਰੀ ਗੁੱਡਸ ਦੇ ਵਿੱਚ ਦੀਪਕ ਨੂੰ ਪੇਮੈਂਟ ਕੀਤੀ ਗਈ। ਐਂਡ ਦੀਪਕ ਦੀ ਅਰੈਸਟ ਨੂੰ ਕਾਫੀ ਵੱਡਾ ਇੱਕ ਬ੍ਰੇਕ ਥਰੂ ਮੰਨਿਆ ਜਾ ਰਿਹਾ ਇਸ ਕੇਸ ਦੇ ਵਿੱਚ। ਦੀਪਕ ਤੋਂ ਇਲਾਵਾ ਐਤਨਾ ਓਹਨਾ, ਜੋ ਕਿ ਟੂਪਾਕ ਐਂਡ ਕਿਮ ਜੋਂਗ ਉਨ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ, ਜਿਸ ਨੂੰ ਹਿਟਮੈਨ ਦੱਸਿਆ ਜਾ ਰਿਹਾ ਇਸ ਆਰਗੇਨਾਈਜੇਸ਼ਨ ਦਾ, ਉਹਨੂੰ ਵੀ ਅਰੈਸਟ ਕੀਤਾ ਗਿਆ। ਰੋਲਨ ਸੋਕੋਲੋਵਸਕੀ ਨੂੰ ਵੀ ਅਰੈਸਟ ਕੀਤਾ ਗਿਆ। ਐਲਿਸਟਰ ਚੈਪਮੈਨ ਨੂੰ ਅਰੈਸਟ ਕੀਤਾ ਗਿਆ। ਅਹਿਮਦ ਜ਼ੈਤੌਨ ਨੂੰ ਅਰੈਸਟ ਕੀਤਾ ਗਿਆ। ਗੁਰਸੇਵਕ ਸਿੰਘ ਬਲ ਨੂੰ ਅਰੈਸਟ ਕੀਤਾ ਗਿਆ। ਐਡਵਿਨ ਬਸੋਰਾ ਹਰਨਾਂਡਸ ਨੂੰ ਅਰੈਸਟ ਕੀਤਾ ਗਿਆ। ਐਂਡ ਟੋਮੀ ਡੈਮੋਰਿਜ਼ੀ ਨੂੰ ਵੀ ਅਰੈਸਟ ਕੀਤਾ ਗਿਆ। ਇਹਨਾਂ ਸਾਰਿਆਂ ਤੇ ਅਲੱਗ-ਅਲੱਗ ਟਾਈਪ ਦੇ ਚਾਰजेस ਲੱਗੇ ਨੇ। ਸਾਰੇ ਹੀ ਇਸ ਆਰਗੇਨਾਈਜੇਸ਼ਨ ਦਾ ਵੱਡਾ ਹਿੱਸਾ ਰਹੇ ਨੇ। ਇਹ ਆਰਗੇਨਾਈਜੇਸ਼ਨ ਅਰਾਊਂਡ $1 ਬਿਲੀਅਨ ਪਰ ਈਅਰ ਰੈਵਨਿਊ ਕਮਾ ਰਹੀ ਸੀ ਐਂਡ ਬਹੁਤ ਵੱਡਾ ਨੈਟਵਰਕ ਸੀ, ਜੋ ਕਿ ਮੈਕਸੀਕੋ ਤੋਂ ਲੈ ਕੇ ਯੂਐਸ ਐਂਡ ਕੈਨੇਡਾ ਤਿੰਨੇ ਕੰਟਰੀਜ਼ ਦੇ ਵਿੱਚ ਫੈਲਿਆ ਹੋਇਆ ਸੀ। ਇਸ ਤੋਂ ਇਲਾਵਾ ਵੀ ਕੈਨੇਡੀਅਨ ਕੋਲੰਬੀਅਨ ਇਨਫੋਰਮੈਂਟਸ ਵੱਲੋਂ ਕਾਫੀ ਜ਼ਿਆਦਾ ਇਨਫੋਰਮੇਸ਼ਨ ਆਈ ਹੈ। ਸਾਰੇ ਸਸਪੈਕਟਸ ਨੂੰ ਕੈਨੇਡਾ ਦੇ ਵਿੱਚ ਅਰੈਸਟ ਕੀਤਾ ਗਿਆ ਐਂਡ ਸ਼ਾਇਦ ਹੁਣ ਯੂਐਸ ਭੇਜਿਆ ਜਾਏਗਾ ਐਂਡ ਉੱਥੇ ਅੱਗੇ ਦੀ ਕਾਰਵਾਈ ਹੋਏਗੀ।